ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। द्रौपदी ਭਾਈ ਗੁਰਦਾਸ ਜੀ ਦੀ 10ਵੀਂ ਵਾਰ ਦੀ 8ਵੀਂ ਪੌੜੀ ਵਿੱਚ द्रौपदी ਦੇ ਪ੍ਰਥਾਏ ਇਸ ਤਰ੍ਹਾਂ ਇਸ਼ਾਰਾ ਦਿੱਤਾ ਹੈ ਕਿ ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਵਾਲ द्रौपदी ਆਂਦੀ। ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਪੰਜੇ ਪਾਂਡੋ ਵੇਖਦੇ ਔ ਘੜ ਰੁੱਧੀ ਨਾਰ ਜਿਨ੍ਹਾਂ ਦੀ। ਅੱਖੀ ਮੀਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੈ ਬਿਲ ਲਾਂਦੀ। ਕੱਪੜ ਕੋਟ ਉਸਾਰਿਓ ਥੱਕੇ ਦੂਤ ਨਾ ਪਾਰ ਵਸਾਂਦੀ। ਹੱਥ ਮਰੋੜਨ ਸਿਰ ਧੁਣਨ ਪਛੋਤਾਨ ਕਰਨ ਜਾਹ ਜਾਂਦੀ। ਘਰ ਆਈ ਠਾਕੁਰ ਮਿਲੈ ਪੈਜ ਰਹੀ ਬੋਲੇ ਸ਼ਰਮਾਂਦੀ। ਨਾਥ ਅਨਾਥਾਂ ਬਾਣ ਤੁਰਾਂਦੀ। ਅਖਰੀ ਅਰਥ ਇਸ ਪੌੜੀ ਦੇ ਇਸ ਤਰ੍ਹਾਂ ਹਨ ਕਿ ਦੁਸ਼ਾਸਨ ਨੇ ਸਭਾ ਵਿੱਚ द्रौपदी ਜੂੜੇ ਤੋਂ ਫੜ ਕੇ ਆਂਦੀ। ਦੁਰਯੋਧਨ ਨੇ ਕਿਹਾ ਸੀ ਕਿ ਇਸ ਪੰਚਾਲੀ ਦਾਸੀ ਨੂੰ ਨੰਗੀ ਕਰੋ। ਉਹ ਪੰਜੇ ਪਾਂਡਵ ਯੁਧਿਸ਼ਟਰ, ਅਰਜਨ, ਭੀਮਸੈਨ, ਨਕਲ ਤੇ ਸਹਦੇਵ ਵੇਖਦੇ ਰਹੇ ਜਿਨ੍ਹਾਂ ਦੀ ਇਸਤਰੀ ਔਕੜ ਵਿੱਚ ਫਸ ਗਈ ਹੈ। ਫਿਰ द्रौपदी ਨੇ ਅੱਖਾਂ ਮੀਟ ਕੇ ਧਿਆਨ ਧਰਿਆ ਤੇ ਬਿਲਲਾ ਕੇ ਕ੍ਰਿਸ਼ਨ ਕ੍ਰਿਸ਼ਨ ਦੀ ਪੁਕਾਰ ਕੀਤੀ। ਦੂਤਾਂ ਨੇ ਕੱਪੜੇ ਲਾ ਕੇ ਸੁੱਟਣੇ ਸ਼ੁਰੂ ਕੀਤੇ, ਭਾਵ ਢੇਰ ਲਾ ਦਿੱਤੇ ਤੇ ਲਾਉਂਦੇ ਗਏ, ਥੱਕ ਗਏ ਪਰ ਅੰਤ ਨਾ ਆਇਆ। ਹੱਥ ਮਰੋੜਦੇ ਹਨ, ਸਿਰ ਧੁਣਦੇ ਹਨ, ਪਛਤਾਉਂਦੇ ਹਨ ਤੇ ਕਹਿੰਦੇ ਹਨ ਜਾ ਜਾਂਦੀ। ਕੁਝ ਨਾ ਬਣਿਆ, ਮੂੰਹ ਵੀ ਕਾਲਾ ਕਰਾਇਆ, ਕਾਰਜ ਵੀ ਨਾ ਹੋਇਆ, ਅੰਤ ਅੱਕ ਕੇ ਛੱਡ ਦਿੱਤਾ। ਜਦੋਂ द्रौपदी ਘਰ ਆਈ, ਅੱਗੋਂ ਕ੍ਰਿਸ਼ਨ ਮਹਾਰਾਜ ਸੁਆਮੀ ਮਿਲੇ। ਪੁੱਛਣ ਲੱਗੇ द्रौपदी ਪੈਜ ਰਹਿ ਗਈ? ਸ਼ਰਮਾਉਂਦੀ ਨੇ ਉੱਤਰ ਦਿੱਤਾ ਹਾਂ ਜੀ। ਨਾਥ ਨੂੰ ਅਨਾਥਾਂ ਦੇ ਬਿਰਧ ਸੰਭਾਲ ਦੀ ਆਦਤ ਧੁਰ ਤੋਂ ਹੈ। ਇਹ ਸਨ ਅਖਰੀ ਅਰਥ ਇਸ ਪੌੜੀ ਦੇ ਜੋ ਭਾਈ ਗੁਰਦਾਸ ਜੀ ਨੇ द्रौपदी ਦੇ ਸੰਬੰਧ ਵਿੱਚ ਉਚਾਰਨ ਕੀਤੀ ਹੈ। ਗੁਰੂ ਕੀ ਬਾਣੀ ਵਿੱਚ ਭੱਟਾਂ ਨੇ ਵੀ ਫਰਮਾਇਆ ਹੈ ਬਸਤਰ ਸ਼ੀਨਤ द्रौपदी ਰੱਖੀ ਲਾਜ। ਜਦ ਧਰਮ ਪੁੱਤਰ ਯੁਧਿਸ਼ਟਰ ਨੇ ਰਾਜਸੂ ਯੱਗ ਆਰੰਭ ਕੀਤਾ ਤਾਂ ਦੀਨਾ ਬੰਧੂ ਜੀ ਤੋਂ ਆਗਿਆ ਲੈ ਕੇ ਉਸ ਨੇ ਦੁਰਯੋਧਨ ਆਪਣੇ ਭਰਾ ਨੂੰ ਵੀ ਸੱਦ ਲਿਆ। ਕ੍ਰਿਸ਼ਨ ਜੀ ਨੇ ਉਸ ਦੇ ਹੱਥ ਵਿੱਚ ਪਦਮ ਵੇਖ ਕੇ ਧਨ ਵੰਡਣ ਵਾਸਤੇ ਦੁਰਯੋਧਨ ਨੂੰ ਲਾ ਦਿੱਤਾ, ਕਿਉਂਕਿ ਦੁਰਯੋਧਨ ਪਾਂਡਵਾਂ ਨਾਲ ਦੁਸ਼ਮਣੀ ਰੱਖਦਾ ਸੀ। ਇਸ ਵਾਸਤੇ ਉਸ ਨੇ 10 ਗੁਣਾ ਵੱਧ ਧਨ ਖਰਚਣਾ ਸ਼ੁਰੂ ਕਰ ਦਿੱਤਾ। ਪਰ ਜਿਉਂ-ਜਿਉਂ ਈਰਖਾਵਸ ਹੋਇਆ, ਧਨ ਵੱਧ ਖਰਚਦਾ ਗਿਆ, ਧਨ ਹਜ਼ਾਰਾਂ ਗੁਣਾ ਵੱਧਦਾ ਗਿਆ। ਕਿਸੇ ਪ੍ਰਕਾਰ ਦੀ ਤੋਟ ਨਾ ਆਈ। ਘਰ ਪੁੱਜ ਕੇ ਦੁਰਯੋਧਨ ਨੇ ਦੁਸ਼ਾਸਨ ਅਤੇ ਸ਼ੁਕਨੀ ਨਾਲ ਮਿਲ ਕੇ ਸਲਾਹ ਬਣਾਈ ਕਿ ਜਦ ਤੱਕ ਪਾਂਡਵਾਂ ਦਾ ਧਨ ਨਸ਼ਟ ਨਹੀਂ ਹੁੰਦਾ ਉਨਾ ਚਿਰ ਸਾਡੀ ਜਿੱਤ ਨਹੀਂ ਹੋ ਸਕਦੀ। ਮੰਦ ਭਾਵਨਾ ਮਨ ਵਿੱਚ ਰੱਖ ਕੇ ਉਸ ਨੇ ਚੌਪੜ ਖੇਡਣ ਲਈ ਯੁਧਿਸ਼ਟਰ ਨੂੰ ਸੱਦਿਆ, ਭਾਵ ਜੂਆ ਖੇਡਣ ਲਈ ਯੁਧਿਸ਼ਟਰ ਨੂੰ ਸੱਦਿਆ। ਯੁਧਿਸ਼ਟਰ ਜੀ ਉਹਨਾਂ ਦੀ ਕੁਟਲਤਾ ਨੂੰ ਤਾੜ ਗਏ, ਪਰ ਚਾਲਬਾਜ਼ ਮੂਰਖ ਸ਼ੁਕਨੀ ਜੋ ਦੁਰਯੋਧਨ ਦਾ ਮਾਮਾ ਸੀ, ਉਸ ਨੇ ਤਰਕ ਮਾਰ ਕੇ ਯੁਧਿਸ਼ਟਰ ਨੂੰ ਜੂਆ ਖੇਡਣ ਲਈ ਪ੍ਰੇਰ ਲਿਆ। ਭਾਵੀ ਦੀ ਪ੍ਰਬਲਤਾ ਵੇਖ ਸਭ ਭਰਾ ਵਰਜ ਰਹੇ ਨੇ, ਪਰ ਭਾਵੀ ਹੋਣੀ ਵਸ ਹੋ ਕੇ ਹੌਲੀ ਹੌਲੀ ਯੁਧਿਸ਼ਟਰ द्रौपदी ਸਮੇਤ ਸਾਰਾ ਕੁਝ ਹਾਰ ਗਿਆ। ਅੰਤ ਮਾਯੂਸ ਹੋ ਕੇ ਧਰਤੀ ਨੂੰ ਨਹੁੰਆਂ ਨਾਲ ਖੋਦਣ ਲੱਗਾ ਅਤੇ ਗੋਡਿਆਂ ਉੱਪਰ ਸਿਰ ਰੱਖ ਕੇ ਚੁੱਪ ਕਰਕੇ ਬੈਠ ਗਿਆ। ਦੁਰਯੋਧਨ ਨੇ द्रौपदी ਨੂੰ ਆਪਣੀ ਦਾਸੀ ਸਮਝਦਿਆਂ ਹੋਇਆਂ ਦੁਸ਼ਾਸਨ ਨੂੰ ਆਖਿਆ ਕਿ द्रौपदी ਨੂੰ ਵਾਲਾਂ ਤੋਂ ਫੜ ਕੇ ਮੇਰੇ ਪਾਸ ਲਿਆਓ। ਜਦੋਂ ਰਾਜਾ ਰਾਜਸੀ ਮੱਧ ਵਿੱਚ ਅੰਨਾ ਹੋਇਆ, ਸੁਚੱਜੀ ਨੀਤੀ ਤਿਆਗ ਕੇ ਕੁਟਲ ਨੀਤੀ ਧਾਰਨ ਕਰ ਲਵੇ ਤਾਂ ਪਰਜਾ ਨੂੰ ਬਹੁਤ ਕਸ਼ਟ ਝੱਲਣੇ ਪੈਂਦੇ ਹਨ। ਇਨਸਾਨੀਅਤ ਦੇ ਰਸਤੇ ਟੁਰਨ ਵਾਲੇ ਨੇਕ ਭਲੇ ਮਾਨਸ, ਸੱਚੇ ਸੁੱਚੇ ਭਗਤਾਂ, ਇਨਸਾਨਾਂ ਦੀਆਂ ਨੇਕ ਸਲਾਹਾਂ ਕਠੋਰ ਹਿਰਦਿਆਂ ਤੇ ਉਸ ਸਮੇਂ ਅਸਰ ਕਰਨੋਂ ਵੀ ਹਟ ਜਾਂਦੀਆਂ ਨੇ। ਦੁਸ਼ਾਸਨ द्रौपदी ਨੂੰ ਭਾਲਣ ਲੱਗਾ। द्रौपदी ਨੂੰ ਉਸਨੇ ਧ੍ਰਿਤਰਾਸ਼ਟਰ ਦੇ ਘਰੋਂ ਲੱਭ ਲਿਆ। ਬੇਰਹਿਮੀ ਨਾਲ द्रौपदी ਨੂੰ ਵਾਲਾਂ ਤੋਂ ਫੜਿਆ ਤੇ ਧੂ ਕੇ ਬਾਹਰ ਲੈ ਆਇਆ। ਭੈੜੇ ਸ਼ਬਦ द्रौपदी ਨੂੰ ਆਖੇ। ਧ੍ਰਿਤਰਾਸ਼ਟਰ ਵੀ ਦੁਸ਼ਟ ਦੁਸ਼ਾਸਨ ਪਾਸੋਂ द्रौपदी ਨੂੰ ਛਡਵਾ ਨਾ ਸਕਿਆ। द्रौपदी ਨੇ ਆਪਣਾ ਬਲ ਵਰਤਿਆ, ਯਤਨ ਕੀਤੇ, ਹਾਲ ਪਾਰਿਆ ਕੀਤੀ, ਪਰ ਉਸ ਮੂਰਖ ਦੇ ਹਿਰਦੇ ਨੂੰ ਦਇਆ ਨੇ ਬਿਲਕੁਲ ਨਾ ਟੁੰਬਿਆ। ਉਹ ਪਸ਼ੂਆਂ ਵਾਂਗੂ ਧੂ ਕੇ द्रौपदी ਨੂੰ ਸਭਾ ਵਿੱਚ ਲੈ ਆਇਆ। द्रौपदी ਦੀ ਹੋ ਰਹੀ ਇਸ ਬੇਪਤੀ ਨੂੰ 5 ਪਾਂਡਵ ਅੱਖੀਂ ਵੇਖ ਰਹੇ ਸਨ। ਭੀਮ ਗੁੱਸੇ ਵਿੱਚ ਆਇਆ
ਪਰ ਵੱਡੇ ਭਰਾ ਯੁਧਿਸ਼ਟਰ ਦੀ ਆਗਿਆ ਨਾ ਮਿਲਣ ਕਰਕੇ ਚੁੱਪ ਬੈਠਾ ਰਿਹਾ। ਪੰਜੇ ਪਾਂਡਵ ਬਲ ਹੁੰਦਿਆਂ ਹੋਇਆਂ ਵੀ ਦ੍ਰੋਪਦੀ ਨੂੰ ਇਸ ਬੇਪਤੀ ਅਤੇ ਤਸੀਹਾਂ ਤੋਂ ਬਚਾ ਨਾ ਸਕੇ, ਕਿਉਂਕਿ ਉਹ ਦ੍ਰੋਪਦੀ ਨੂੰ ਜੂਏ ਵਿੱਚ ਹਾਰ ਚੁੱਕੇ ਸਨ ਤੇ ਵਚਨਬੱਧ ਸਨ। ਜਦੋਂ ਦੁਰਯੋਧਨ ਨੇ ਦ੍ਰੋਪਦੀ ਨੂੰ ਵਸਤਰਹੀਣ ਕਰਨ ਦਾ ਹੁਕਮ ਦਿੱਤਾ ਤੇ ਦੁਸ਼ਟਾਂ ਨੇ ਉਸ ਦੇ ਵਸਤਰ ਲਾਉਣੇ ਸ਼ੁਰੂ ਕਰ ਦਿੱਤੇ। ਦ੍ਰੋਪਦੀ ਪਹਿਲਾਂ ਹੱਥਾਂ ਨਾਲ ਆਪਣੇ ਵਸਤਰ ਫੜਦੀ ਰਹੀ ਪਰ ਅਸਫਲ ਰਹੀ। ਬਥੇਰਾ ਯਤਨ ਕੀਤਾ ਪਰ ਕੋਈ ਸਫਲਤਾ ਪੱਲੇ ਨਾ ਪਈ। ਅੰਤ ਹਾਰ ਕੇ ਸਭ ਆਸਰੇ ਛੱਡ ਦਿੱਤੇ ਤੇ ਕ੍ਰਿਸ਼ਨ ਜੀ ਦਾ ਧਿਆਨ ਧਰ ਕੇ ਅੰਤਰ ਆਤਮੇ ਬੇਨਤੀਆਂ ਕਰਨ ਲੱਗੀ ਕਿ हे ਭਗਵਾਨ ਜੀ, ਮੈਂ ਅਵਗੁਣਿਆਰੀ ਹਾਂ, ਮੈਨੂੰ ਇਹ ਕੀਤੇ ਕਰਮਾਂ ਦਾ ਹੀ ਫਲ ਮਿਲ ਰਿਹਾ ਹੈ। ਆਪ ਹੀ ਕਿਰਪਾ ਕਰਕੇ ਮੈਨੂੰ ਬਚਾਓ, ਤੁਸੀਂ ਹੀ ਮੈਨੂੰ ਇਸ ਬੇਪਤੀ ਤੋਂ ਬਚਾ ਸਕਦੇ ਹੋ। ਕਿਰਪਾ ਕਰਕੇ ਮੇਰੀ ਲੱਜਾ ਰੱਖਣੀ ਕਰੋ। ਦੁਸ਼ਟ ਚੌਂਕੜੀ ਭਰੀ ਸਭਾ ਵਿੱਚ ਵਸਤਰ ਉਤਾਰਨ ਲੱਗੀ। ਇੱਕ ਵਸਤਰ ਉਤਾਰਨ ਤਾਂ ਹੇਠੋਂ ਹੋਰ ਉਸੇ ਤਰ੍ਹਾਂ ਦਾ ਵਸਤਰ ਪਹਿਨਿਆ ਹੋਇਆ ਨਿਕਲ ਆਵੇ। ਕੱਪੜਿਆਂ ਦੇ ਵੱਡੇ ਵੱਡੇ ਢੇਰ ਲੱਗ ਗਏ। ਦੁਸ਼ਾਸਨ ਬਿਲਕੁਲ ਹਾਰ ਗਿਆ। ਬਿਦਰ ਜੀ ਨੇ ਆਖਿਆ, ਦੁਸ਼ਟਾ, ਹੁਣ ਵੀ ਤਾਂ ਹਾਰ ਕੇ ਹਟਿਆ ਹੀ ਹੈ ਨਾ। ਜੇਕਰ ਪਹਿਲਾਂ ਹੀ ਪੁੱਠੀ ਮੱਤ ਨਾਲ ਇਹ ਕੁਕਰਮ ਨਾ ਕਰ ਦੂੰ ਤਾਂ ਕਿੰਨਾ ਚੰਗਾ ਰਹਿੰਦਾ। ਭੀਮ ਨੇ ਮਨ ਵਿੱਚ ਪ੍ਰਣ ਕੀਤਾ ਕਿ ਇਹਨਾਂ ਦੁਸ਼ਟਾਂ ਦੀਆਂ ਲੱਤਾਂ ਬਾਹਾਂ ਜ਼ਰੂਰ ਤੋੜਾਂਗਾ ਜਿਨ੍ਹਾਂ ਨੇ ਸਾਨੂੰ ਇਤਨਾ ਬੇਪਤ ਕੀਤਾ ਹੈ। ਬਾਕੀ ਸਭਾ ਦ੍ਰੋਪਦੀ ਦੀ ਇੱਜ਼ਤ ਬਚ ਜਾਣ ਕਾਰਨ ਬਹੁਤ ਪ੍ਰਸੰਨ ਹੋਈ। ਸਿਰਫ ਦੁਰਯੋਧਨ, ਕਰਨ, ਸੁਕੁਨ ਅਤੇ ਦੁਸ਼ਾਸਨ ਇਹ ਚਾਰੇ ਆਪਣਾ ਭੈੜਾ ਸੰਕਲਪ ਪੂਰਾ ਨਾ ਹੋਣ ਕਰਕੇ ਸ਼ਰਮ ਦੇ ਮਾਰੇ ਪਾਸੇ ਹੋ ਕੇ ਬੈਠ ਗਏ। ਸਭਾ ਵਿੱਚ ਬੈਠੇ ਸਿਆਣੇ ਪੁਰਖ ਭੀਸ਼ਮ ਪਿਤਾਮਾ ਅਤੇ ਦੁਰੋਣਾਚਾਰੀਆ ਨੇ ਮਨ ਵਿੱਚ ਵਿਚਾਰਿਆ ਕਿ ਕੌਰਵਾਂ ਦਾ ਅੰਤ ਹੁਣ ਨੇੜੇ ਆ ਟੁਕਿਆ ਦਿਖਾਈ ਦੇ ਰਿਹਾ ਹੈ, ਜੋ ਇਹੋ ਜਿਹੇ ਕੁਕਰਮਾਂ ਵਿੱਚ ਲੱਗ ਗਏ ਨੇ। ਲੋਕ ਵੀ ਭਾਂਤ-ਭਾਂਤ ਦੀਆਂ ਵਿਚਾਰਾਂ ਕਰ ਰਹੇ ਸਨ ਕਿ ਘੋਰ ਪਾਪ ਹੋਇਆ ਹੈ, ਪਰ ਜਿਸ ਦੀ ਪ੍ਰਭੂ ਲੱਜ ਰੱਖੇ ਉਸ ਦੀ ਬੇਪਤੀ ਕੌਣ ਕਰ ਸਕਦਾ ਹੈ। ਪੰਜੇ ਪਾਂਡਵ ਅਤੇ ਦ੍ਰੋਪਦੀ ਘਰ ਪੁੱਜੇ ਅਤੇ ਭਗਵਾਨ ਜੀ ਦੇ ਗੁਣ ਗਾਉਣ ਲੱਗੇ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਦੁਸ਼ਾਸਨ ਕੀ ਸਭਾ ਦ੍ਰੋਪਦੀ ਅੰਬਰ ਲੇਤ ਉਬਾਰੀ ਲੈ ਤਥਾ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ ਤਾਂ ਕੋ ਦੁੱਖ ਹਰਿਓ ਕਰਨਾ ਮੈਂ ਆਪਣੀ ਪੈਜ ਵਡਾਈ। हे ਮੇਰੀ ਆਤਮਾ, ਵੇਖ, ਜਿਨ੍ਹਾਂ ਨੇ ਵੀ ਪ੍ਰਭੂ ਜੀ ਨੂੰ ਯਾਦ ਕੀਤਾ ਉਹਨਾਂ ਦੀ ਲਾਜ ਸੰਸਾਰ ਵਿੱਚ ਕਾਇਮ ਰਹੀ। ਦੁੱਖਾਂ ਦੁਸ਼ਟਾਂ ਤੋਂ ਛੁਡਾਉਣ ਵਾਲੇ ਕੇਵਲ ਤੇ ਕੇਵਲ ਵਾਹਿਗੁਰੂ ਜੀ ਹੀ ਹਨ। ਤਾਂ ਤੇ 8 ਪਹਿਰ ਪ੍ਰਭੂ ਜੀ ਦਾ ਜਾਪ ਕਰ।